ਸਵਾਗਤ। ਤੁਸੀਂ ਦੇਖ ਰਹੇ ਹੋ ਲੋਕਰਾਣ ਚੈਨਲ ਪੰਜਾਬੀ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆਏ। ਧੰਨਵਾਦ ਜੀ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ, ਕਿਸਾਨੀ ਅੰਦੋਲਨ ਸਮਾਪਤ ਹੋਣ ਤੋਂ ਬਾਅਦ 2022 ਦੀਆਂ ਚੋਣਾਂ ਨੇ ਪੰਜਾਬ 'ਚ, ਤੇ ਜੋ ਬੀਜੇਪੀ ਦਾ ਕਾਰਜ ਢੰਗ ਹੈ ਸਿਆਸੀ ਕੰਮ ਕਰਨ ਦਾ, ਦੱਸਿਆ ਜਾ ਰਿਹਾ ਕਿ ਕਈ ਕਾਂਗਰਸ ਦੇ ਨੇਤਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੰਪਰਕ ਦੇ ਵਿੱਚ ਨੇ ਬੀਜੇਪੀ 'ਚ। 26 ਤਰੀਕ ਨੂੰ ਖੁਦ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਦਾ ਪੰਜਾਬ ਵਿਜ਼ਿਟ ਕਰ ਰਹੇ ਨੇ, ਉੱਥੇ ਵੀ ਵੱਡੇ ਐਲਾਨ ਹੋ ਸਕਦੇ ਨੇ। ਇੱਕ ਗੱਲ, ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਉਦੋਂ ਸਿਚੁਏਸ਼ਨ ਇਹ ਸੀ ਕਿ ਬੀਜੇਪੀ ਦੇ ਜੋ ਛੋਟੇ ਤੋਂ ਛੋਟੇ ਲੀਡਰ ਹੈ ਉਹ ਕੋਈ ਬਾਹਰ ਨਿਕਲ ਕੇ ਪ੍ਰੋਗਰਾਮ ਨਹੀਂ ਸੀ ਕਰ ਸਕਦੇ। ਇੱਕੋ ਦਮ ਸਿਆਸੀ ਆਬੋ ਹਵਾ ਇਹੋ ਜਿਹੀ ਬਦਲੀ ਕਿ ਹਰ ਇੱਕ ਬੰਦਾ ਤਰਜੀਹ ਦੇ ਰਿਹਾ ਬੀਜੇਪੀ 'ਚ ਆ ਕੇ ਸ਼ਾਮਲ ਹੋਣ ਨੂੰ। ਕਾਂਗਰਸ ਪਾਰਟੀ ਦੀ ਸਥਿਤੀ ਕੀ ਰਹੂਗੀ ਸਾਰੇ ਇਸ ਵਿਧੀ ਵਿਧਾਨ ਤੋਂ ਬਾਅਦ? ਸ਼੍ਰੋਮਣੀ ਅਕਾਲੀ ਦਲ ਕਿੱਥੇ ਕੇ ਸਟੈਂਡ ਕਰਦਾ, ਕਿਉਂਕਿ ਬਿਕਰਮ ਸਿੰਘ ਮਜੀਠੀਆ ਤੇ FIR ਦਰਜ ਹੋ ਗਈ, ਤੇ ਆਮ ਆਦਮੀ ਪਾਰਟੀ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਇਸ ਮਾਮਲੇ ਤੇ। ਬਲਵੀਰ ਸਿੰਘ ਰਾਜੇਵਾਲ, ਉਹਨਾਂ ਪੰਜਾਬੀ ਟ੍ਰਿਬਿਊਨ 'ਚ ਖਬਰ ਛਪੀ ਤੇ ਸਾਡਾ ਭਾਰਤੀ ਜਨਤਾ ਪਾਰਟੀ ਦੇ ਨਾਲ ਵਿਰੋਧ ਖੇਤੀ ਕਾਨੂੰਨਾਂ ਤੱਕ ਸੀ, ਖੇਤੀ ਕਾਨੂੰਨ ਰੱਦ ਹੋ ਗਏ, ਵੱਡੇ ਲੈਵਲ ਤੇ ਵਿਰੋਧ ਵੀ ਹੁਣ ਫਿਰ ਕਾਹਦਾ? ਬੀਜੇਪੀ ਦਾ ਪੰਜਾਬ ਪਲਾਨ ਆ, ਖਾਸ ਕਰਕੇ ਫੋਕਸ ਕਰਕੇ ਚੱਲ ਰਹੀ ਹੈ ਬੀਜੇਪੀ। ਚੋਣਾਂ ਭਾਵੇਂ 5 ਸੂਬਿਆਂ 'ਚ ਨੇ, ਪਰ ਮੁੱਖ ਮੇਨ ਤਰਜੀਹ ਪੰਜਾਬ ਨੂੰ। ਧਾਲੀਵਾਲ ਸਾਹਿਬ, ਕੀ ਤੁਹਾਡੇ ਵਿਚਾਰ ਨੇ ਬੀਜੇਪੀ ਦੇ ਇਸ ਪੂਰੇ ਜੋ ਉਹ ਇੱਕ ਵਾਤਾਵਰਨ ਸਿਰਜ ਰਹੀ ਹੈ? ਦੇਖੋ, ਜਿੱਥੋਂ ਤੱਕ ਤਾਂ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹੋ, ਕਿਸਾਨ ਅੰਦੋਲਨ ਦਾ ਜਿਹੜਾ ਵਿਰੋਧ ਸੀ ਉਹ ਬੀਜੇਪੀ ਨਾਲ ਨਹੀਂ ਸੀ। ਕਿਸਾਨ ਅੰਦੋਲਨ ਦਾ ਵਿਰੋਧ ਭਾਰਤ ਸਰਕਾਰ ਨਾਲ ਸੀ। ਸਰਕਾਰ ਜਿਹੜੀ ਉਹ ਇੱਕ ਪਾਰਟੀ ਦੀ ਬਹੁਮਤ ਸੀ ਬੀਜੇਪੀ ਦੀ, ਇਸ ਕਰਕੇ ਉਹ ਵਿਰੋਧ ਦਿਖਾਈ ਦਿੰਦਾ ਸੀ ਕਿ ਬੀਜੇਪੀ ਨਾਲ ਹੈ। ਕਿਸਾਨਾਂ ਦੀ ਬਜਾਏ ਉਹ ਵਿਰੋਧ ਬੀਜੇਪੀ ਨੇ ਜ਼ਿਆਦਾ ਸਹਿੜ ਲਿਆ ਸੀ ਜੀ, ਕਿਉਂਕਿ ਬੀਜੇਪੀ ਸਰਕਾਰ ਦੇ ਪੱਖ 'ਚ ਉਤਰਿਆ ਹੀ ਸੀ ਕਿ ਸਾਡਾ ਪ੍ਰਧਾਨ ਮੰਤਰੀ ਬਿਲਕੁਲ ਠੀਕ ਹੈ, ਅਸੀਂ ਇਹ ਕਾਨੂੰਨ ਠੀਕ ਬਣਾਏ ਨੇ। ਤੇ ਬਾਰ-ਬਾਰ ਇਸ ਗੱਲ ਤੇ ਬੀਜੇਪੀ ਕਹਿ ਰਹੀ ਸੀ ਕਿ ਇਹ ਕਾਨੂੰਨ ਅਸੀਂ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਲੈਣੇ। ਇਸ ਕਰਕੇ ਇਹਦੇ ਵਿੱਚੋਂ ਵਿਰੋਧ ਹੋਇਆ। ਉਹ ਵਿਰੋਧ ਦੇ ਵਿੱਚੋਂ ਬੜਾ ਲੰਬਾ ਸੰਘਰਸ਼ ਹੋਇਆ। ਬੜੇ ਲੰਬੇ ਸੰਘਰਸ਼ ਦੇ ਵਿੱਚੋਂ ਚੋਣਾਂ ਦਾ ਪ੍ਰੈਸ਼ਰ, ਜੋ ਬਾਰ-ਬਾਰ ਟਕੈਤ ਕਹਿ ਰਹੇ ਸੀ ਕਿ ਇਹ 22 ਤੱਕ ਚੱਲੇਗਾ, ਕਈ ਵਾਰੀ ਉਹ ਕਹਿੰਦੇ ਸੀ ਇਹ 24 ਤੱਕ ਵਿਰੋਧ ਚੱਲੇਗਾ ਜਾਂ ਅੰਦੋਲਨ ਚੱਲੇਗਾ। ਇਹ ਗੱਲ ਉਹਨਾਂ ਨੂੰ ਵੀ ਸਮਝ ਸੀ ਕਿ ਸਿਆਸੀ ਦਬਾਅ ਇਹਨਾਂ ਤੇ ਆਏਗਾ। ਇਹ ਗੱਲ ਬੀਜੇਪੀ ਨੂੰ ਸਮਝ ਸੀ ਕਿ ਸਿਆਸੀ ਦਬਾਅ ਸਾਡੇ ਤੇ ਆਏਗਾ ਜੀ। ਬੀਜੇਪੀ ਨੇ ਪੂਰਾ ਜ਼ੋਰ ਲਾਇਆ ਕਿ ਇਹ 2022 ਤੋਂ ਪਹਿਲਾਂ ਕਿਸੇ ਵੀ ਤਰੀਕੇ ਨਾਲ ਮਸਲਾ ਹੱਲ ਕੀਤਾ ਜਾਵੇ ਜਿਸ ਨਾਲ ਕਾਨੂੰਨ ਵਾਪਸ ਨਾ ਲਏ ਜਾਣ, ਪਰੰਤੂ ਉਹ ਕਿਸੇ ਵੀ ਤਰੀਕੇ ਨਾਲ ਕਾਮਯਾਬ ਨਹੀਂ ਹੋਏ। ਤੇ ਕੁੱਲ ਮਿਲਾ ਕੇ ਅਖੀਰ 'ਚ ਬੀਜੇਪੀ ਨੂੰ ਇਲੈਕਸ਼ਨ ਨੂੰ ਧਿਆਨ 'ਚ ਰੱਖਦੇ ਹੋਏ, ਕਿਉਂਕਿ ਇੱਕ ਵਾਤਾਵਰਨ ਇੱਦਾਂ ਦਾ ਬਣ ਗਿਆ ਕਿ ਕਿਸਾਨ ਅੰਦੋਲਨ ਦੇ ਹੁੰਦੇ ਹੋਏ ਕੋਈ ਵੀ ਪਾਰਟੀ ਹੋਰ ਜਿਹੜੀ ਵਿਰੋਧੀ ਪਾਰਟੀ ਦੇ ਨਾਤੇ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰ ਬੈਠੀ, ਪਰੰਤੂ ਉਸ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਬੀਜੇਪੀ ਨੂੰ ਜੁਆਇਨ ਕਰਨਾ ਬਹੁਤ ਔਖਾ ਸੀ। ਤੇ ਉਸ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਦੀ ਸਮਾਪਤੀ ਹੋ ਗਈ, ਕਿਸਾਨਾਂ ਨੇ ਜਾਂ ਕਿਸਾਨ ਅੰਦੋਲਨ ਦੀ ਜਿਹੜੀ ਲੀਡਰਸ਼ਿਪ ਨੇ ਉਸ ਸਮੇਂ ਨੂੰ ਭਾਂਪਦੇ ਹੋਏ, ਪਰਖਦੇ ਹੋਏ ਪੂਰਾ ਦਬਾਅ ਪਾਇਆ। ਤੇ ਪੂਰਾ ਦਬਾਅ ਪਾ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਇਤਬਾਰ ਨਾ ਕਰਦੇ ਹੋਏ ਪੂਰਾ ਲੋਕ ਸਭਾ 'ਚ ਪਾਸ ਕਰਾ ਕੇ, ਰਾਸ਼ਟਰਪਤੀ ਦੇ ਦਸਤਖਤ ਕਰਾ ਕੇ, ਤੇ ਬੀਜੇਪੀ ਉੱਥੋਂ ਤੱਕ ਵੀ ਸਮਝੌਤਾ ਕਰ ਗਈ ਕਿ ਅਸੀਂ ਇੱਥੇ ਤੱਕ ਵੀ ਝੁਕਣ ਨੂੰ ਤਿਆਰ ਹਾਂ। ਹੁਣ ਜਦੋਂ ਉਹ ਸਾਰਾ ਸਮਝੌਤਾ ਹੋ ਗਿਆ ਤਾਂ ਕੁਦਰਤੀ ਹੈ, ਇਹ ਤੇ ਆਟੋਮੈਟਿਕ ਹੈ, ਆਪਣੇ ਆਪ ਜਿਹੜਾ ਕਿਸਾਨ ਅੰਦੋਲਨਕਾਰੀਆਂ ਦਾ ਬੀਜੇਪੀ ਨਾਲ ਜਿਹੜਾ ਬਾਈਕਾਟ ਵਾਲਾ ਉਹ ਪੋਜੀਸ਼ਨ ਸੀ। ਦੇਖੋ, ਅੱਗੇ ਇਸ ਤੋਂ ਅੱਗੇ ਵੋਟ ਦੀ ਗੱਲ ਹੈ, ਕੌਣ ਕਿਹਨੂੰ ਪਾਵੇ ਨਾ ਪਾਵੇ, ਪਰੰਤੂ ਜਿਹੜਾ ਬਾਈਕਾਟ ਕਰਕੇ ਬੀਜੇਪੀ ਦਾ ਪਿੰਡਾਂ ਵਿੱਚ ਵੜਨਾ ਬੰਦ ਕੀਤਾ ਹੋਇਆ ਸੀ, ਉਹ ਤਾਂ ਕੁਦਰਤੀ ਖਤਮ ਹੋ ਗਿਆ। ਉਹਦਾ ਤਾਂ ਕੋਈ ਰਾਜੇਵਾਲ ਸਾਹਿਬ ਨੇ ਇਹੀ ਗੱਲ ਕਹੀ ਹੈ ਕਿ ਉਸ ਕਿਸਮ ਦਾ ਵਿਰੋਧ ਉਹਨਾਂ ਦਾ ਬੀਜੇਪੀ ਨਾਲ ਨਹੀਂ ਰਿਹਾ। ਹੁਣ ਸਿਆਸੀ ਤੌਰ ਤੇ ਕੌਣ ਕਿੱਧਰ ਜਾਂਦਾ ਹੈ, ਉਹ ਜਦੋਂ ਕਿਸਾਨ ਫੈਸਲਾ ਕਰਨਗੇ ਕਿ ਜਾਤੇ ਉਹ ਕੋਈ ਫੈਸਲਾ ਕਰਨ ਕਿ ਅਸੀਂ ਵੋਟ ਕਿਸ ਨੂੰ ਪਾਉਣੀ ਹੈ, ਜਾਂ ਉਹ ਫੈਸਲਾ ਕਰਨ ਕਿ ਅਸੀਂ ਸਿਆਸੀ ਤੌਰ ਤੇ ਸਰਗਰਮ ਹੋਣਾ ਹੀ ਨਹੀਂ, ਜਿੱਥੇ ਲੋਕਾਂ ਨੂੰ ਵੋਟ ਜੀ ਕਰਦਾ ਜਿੱਥੇ ਉਹ ਪਾਉਣ, ਇਹ ਹੋ ਸਕਦਾ ਹੈ। ਇਹ ਉਹਨਾਂ ਦਾ ਕੰਮ ਹੈ ਕਦੋਂ ਫੈਸਲਾ ਲੈਣਗੇ। ਸੋ ਉਸ ਕਿਸਮ ਦੇ ਵਿਰੋਧ ਨੂੰ, ਇਹਨੂੰ ਆਪਾਂ ਹੋਰ ਤਰ੍ਹਾਂ ਇੰਟਰਪ੍ਰੇਟ ਕਰੀਏ, ਮੈਨੂੰ ਇਹਦੇ ਵਿੱਚੋਂ ਨਹੀਂ ਲੱਗਦਾ।
ਦੂਸਰੀ ਗੱਲ ਆ ਗਈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਦਾ ਰੁਖ ਹੈ ਜਿਹੜਾ ਹੁਣ ਉਹ ਹਮਲਾਵਰ ਹੈ ਕਾਂਗਰਸ ਦੇ ਉੱਪਰ, ਕਿਉਂਕਿ ਇਲੈਕਸ਼ਨਾਂ ਨੇੜੇ ਨੇ। ਇਲੈਕਸ਼ਨ ਲੜਨ ਲਈ ਬੀਜੇਪੀ ਪੂਰਾ ਆਪਦਾ ਜ਼ੋਰ ਯਤਨ ਨਾਲ ਇਲੈਕਸ਼ਨ ਲੜੇਗੀ। ਕੱਲੀ ਬੀਜੇਪੀ ਨਹੀਂ, ਸਿਆਸੀ ਮੰਚ ਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਸਾਰਾ ਜ਼ੋਰ ਲਾ ਦਿੰਦੀਆਂ ਨੇ, ਕਿਉਂਕਿ ਇਹ ਜਿਹੜਾ ਘੋਲ ਹੈ, ਇਹ ਘੋਲ ਦੇ ਰਿਜ਼ਲਟ ਨੇ ਹੀ ਕਿਸੇ ਵੀ ਸਿਆਸੀ ਜਮਾਤ ਨੂੰ ਅਗਲੇ 5 ਸਾਲਾਂ ਦੇ ਵਿੱਚ ਸਿਆਸੀ ਤਾਕਤ ਦੇਣੀ ਹੈ ਜਾਂ ਨਹੀਂ ਦੇਣੀ, ਇਹ ਸਾਰਾ ਉਸ ਤੇ ਨਿਰਭਰ ਕਰਦਾ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਵੀ ਪਾਰਟੀ ਆਪਣਾ ਕੋਈ ਤਾਕਤ ਪਿੱਛੇ ਛੱਡਦੀ ਹੋਊਗੀ। ਹਾਂ, ਇੱਕ ਗੱਲ ਜ਼ਰੂਰ ਹੈ ਜਿਹੜੀ ਤੁਹਾਡੇ ਵੱਲੋਂ ਉਠਾਈ ਗਈ ਹੈ ਕਿ ਜਾਂ ਤੁਸੀਂ ਮੇਰੇ ਮੁਤਾਬਕ ਸੋਚ ਰਹੇ ਹੋ ਕਿ ਬੀਜੇਪੀ ਇੰਨੀ ਪੱਬਾਂ ਭਾਰ ਹੈ ਕਿ ਕੱਲ ਪਰਸੋਂ ਦੀਆਂ ਖਬਰਾਂ ਨੇ ਵੱਡਾ ਤੂਫਾਨ ਖੜਾ ਕੀਤਾ ਹੈ ਕਿ ਕਾਂਗਰਸ ਦੇ ਕੁਝ ਮੰਤਰੀ, ਅਕਾਲੀ ਦਲ ਦੇ ਕੋਈ ਸਾਬਕਾ ਮੰਤਰੀ, ਅਕਾਲੀ ਦਲ ਦੇ ਕੋਈ ਸੀਨੀਅਰ ਲੀਡਰ ਜਾਂ ਕਿਸੇ ਹੋਰ ਪਾਰਟੀਆਂ ਦੇ ਲੀਡਰ ਜਿਹੜੇ ਸ਼ਾਇਦ ਬੀਜੇਪੀ ਜੁਆਇਨ ਕਰਨਗੇ। ਪਿਛਲੇ ਦਿਨੀ ਵੀ ਆਪਾਂ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਸ਼ਾਇਦ ਅਕਾਲੀ ਦਲ ਦੇ ਕੋਈ ਵੱਡੇ ਘਰਾਣੇ, ਵੱਡੇ ਨਾਵਾਂ ਵਾਲੇ ਲੋਕ ਸ਼ਾਇਦ ਬੀਜੇਪੀ ਜੁਆਇਨ ਕਰਨ। ਆਪਾਂ ਇਹ ਕਰ ਚੁੱਕੇ ਹਾਂ ਪ੍ਰੋਗਰਾਮ, ਪਰੰਤੂ ਇਹ ਸਾਰੇ ਦੇ ਵਿੱਚੋਂ ਮੈਂ ਇਹ ਦੇਖਦਾ ਵੀ ਇਹਦੇ ਵਿੱਚ ਨਵੀਂ ਗੱਲ ਮੈਨੂੰ ਕੋਈ ਦਿਖਾਈ ਦੇ ਨਹੀਂ ਰਹੀ। ਜੋ ਵਰਤਾਰਾ ਬੰਗਾਲ ਦੇ ਵਿੱਚ ਵਾਪਰਿਆ ਤੁਸੀਂ ਸਭ ਨੇ ਦੇਖਿਆ, ਅਸੀਂ ਸਭ ਨੇ ਦੇਖਿਆ, ਤੇ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਇੱਥੇ ਨਹੀਂ ਦੁਹਰਾਏਗੀ। ਹਾਂ, ਇਹ ਸਬਕ ਜ਼ਰੂਰ ਬੀਜੇਪੀ ਸਿੱਖੇਗੀ। ਇੱਕ ਆਮ ਲੋਕਾਂ ਨੂੰ ਇਹ ਲੱਗਦਾ ਹੈ ਕਿ ਬੰਗਾਲ ਤੋਂ ਬੀਜੇਪੀ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਲੋਕ ਜਿਹੜੇ ਬੀਜੇਪੀ ਤੋਂ ਜਿਵੇਂ ਦੂਜੀਆਂ ਪਾਰਟੀਆਂ 'ਚ ਜੁਆਇਨ ਕਰਦੇ ਨੇ, ਬਾਅਦ ਵਿੱਚ ਉਸੇ ਰੇਸ਼ੋ 'ਚ ਉਸੇ ਪਰੰਪਰਾ ਨੂੰ ਵਧਾਉਂਦੇ ਹੋਏ ਉਹ ਵਾਪਸ ਹੋ ਜਾਂਦੇ ਨੇ। ਉਹਦੇ ਨਾਲ ਬੀਜੇਪੀ ਦੀ ਕਿਰਕਿਰੀ ਹੋਏਗੀ, ਹੁੰਦੀ ਹੈ। ਮੈਨੂੰ ਇਹ ਨਹੀਂ ਲੱਗਦਾ ਕਿ ਬੰਗਾਲ ਦੇ ਵਿੱਚ ਬੀਜੇਪੀ ਦੀ ਕਿਰਕਿਰੀ ਹੋਈ ਹੈ। ਜੇ ਬੰਗਾਲ ਦੇ ਵਿੱਚ ਬੀਜੇਪੀ ਆਪਣੇ, ਦੇਖੋ ਸਾਰੀਆਂ ਪਾਰਟੀਆਂ, ਜੇ ਇੱਥੇ ਮੈਂ ਕਹਾਂ ਕੱਲੀ ਬੀਜੇਪੀ ਨੂੰ ਦੋਸ਼ ਦੇਈਏ ਜਾਂ ਕਿਸੇ ਹੋਰ ਨੂੰ, ਇਹ ਨਹੀਂ ਹੁੰਦਾ। ਹੁਣ ਆਪ ਆਦਮੀ ਨੂੰ ਪੁੱਛ ਲਓ, ਉਹ ਕਹਿੰਦੇ ਜੀ ਸਾਡੀਆਂ 80 ਸੀਟਾਂ ਜਾਂ ਸਾਡੀ ਮੈਜੋਰਿਟੀ ਆਏਗੀ, ਸਰਕਾਰ ਸਾਡੀ ਬਣ ਰਹੀ ਹੈ। ਸਾਡੀ ਬਣਨ ਤੋਂ ਬਾਅਦ ਆਪਾਂ 60 ਤਾਂ ਮੰਨੀਏ ਨਾ। ਹੁਣ 8 ਸੀਟਾਂ ਦੇ ਆ ਕੇ ਅੱਧਾ ਹੁੰਦਾ ਹੈ ਤਾਂ 60 ਜਾਂ 60 ਪਲੱਸ ਉਹ ਕਹਿੰਦੇ ਨੇ। ਕਾਂਗਰਸ ਕਹਿੰਦੇ ਸਾਡੀ ਬਣ ਰਹੀ ਹੈ ਤਾਂ 60 ਪਲੱਸ ਇਹਨਾਂ ਦੀਆਂ ਆ ਰਹੀਆਂ ਨੇ। ਬੀਜੇਪੀ ਕਹਿੰਦੀ ਆ ਕਿ ਸਾਡੀ ਤੇ ਸਾਡੇ ਜਿਹੜੇ ਅਸੀਂ ਸਾਂਝੇ ਮੋਰਚਾ ਬਣਾਵਾਂਗੇ, ਸਾਡੀ ਸਰਕਾਰ ਪੱਕੀ ਹੈ, ਤਾਂ 60 ਪਲੱਸ ਇਹਨਾਂ ਦੀ ਆ ਰਹੀ ਹੈ। ਤੇ ਇਹ ਸਾਰੇ ਸਿਸਟਮ 'ਚ ਅਕਾਲੀ ਦਲ ਹੋ ਗਿਆ, ਕਾਂਗਰਸ ਹੋ ਗਈ, ਆਪ ਹੋ ਗਈ, ਤੇ ਬੀਜੇਪੀ ਪਲੱਸ ਇੱਕ ਧਿਰ ਹੋ ਗਈ। ਤੇ ਇਸ ਕਿਸਮ ਨਾਲ ਤਾਂ 240 ਸੀਟਾਂ ਹੋ ਗਈਆਂ ਟੋਟਲ, ਪਰ ਸੀਟਾਂ ਤਾਂ 117 ਹੀ ਨੇ ਨਾ। ਜੇ 60 ਵੀ ਆਉਣ ਤਦ ਵੀ ਇੰਨੀਆਂ ਬਣਦੀਆਂ ਨੇ, ਉਹ ਸੀਟਾਂ ਕਿੱਥੋਂ ਆਉਣਗੀਆਂ? ਇਹਦਾ ਮਤਲਬ ਇਹ ਹੈ ਕੋਈ ਵੀ ਪਾਰਟੀ, ਜਦੋਂ ਜਿਹੜਾ ਵੀ ਪਲੇਅਰ ਰੇਸ 'ਚ ਹੁੰਦਾ ਹੈ, ਕੋਈ ਪਲੇਅਰ ਇਹ ਨਹੀਂ ਕਹੂਗਾ ਕਿ ਮੈਂ ਨਹੀਂ ਜਿੱਤੂਗਾ। ਜੇ ਉਹ ਪਹਿਲਾਂ ਹੀ ਇਹ ਕਹਦੇ ਵੀ ਮੈਂ ਨਹੀਂ ਜਿੱਤੂਗਾ ਤਾਂ ਇਹਦਾ ਮਤਲਬ ਤਾਂ ਮੋਰਲ ਡਾਊਨ ਹੈ, ਉਹਦਾ ਤਾਂ ਵੋਟਰ ਹੀ ਨਹੀਂ ਰਹੇਗਾ। ਸੋ ਇਹ ਕਹਿਣਾ ਸੁਭਾਵਿਕ ਹੈ, ਸਾਰੀਆਂ ਪਾਰਟੀਆਂ ਕਹਿਣਗੀਆਂ ਕਿ ਅਸੀਂ 60 ਜਿੱਤਾਂਗੇ, ਅਸੀਂ 60 ਜਿੱਤਾਂਗੇ। ਜੇ ਬੀਜੇਪੀ ਯੂਪੀ 'ਚ ਕਹਿੰਦੀ ਹੈ 300 ਪਾਰ, ਜਾਂ ਬੰਗਾਲ 'ਚ ਕਹਿੰਦੀ ਸੀ ਜੀ ਇੰਨੀਆਂ ਪਾਰ, ਜਾਂ ਪੰਜਾਬ 'ਚ ਕਹੇਗੀ ਕਿ 70 ਪਾਰ, ਤਾਂ ਇਹ ਕੋਈ ਬਹੁਤ ਬੁਰੀ ਗੱਲ ਵੀ ਨਹੀਂ ਹੋਏਗੀ, ਇਹ ਮਾੜੀ ਗੱਲ ਵੀ ਨਹੀਂ ਹੋਏਗੀ, ਤੇ ਇਹ ਕੋਈ ਅਤਕਥਨੀ ਵੀ ਨਹੀਂ ਹੋਏਗੀ। ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਪਰ ਕਹਿਣਾ ਜ਼ਰੂਰ ਪਊਗਾ। ਜਦੋਂ ਲੜਾਈ 'ਚ ਜਾਂਦੇ ਹਾਂ, ਲੜਾਈ ਜਿੱਤਣ ਲਈ ਜਾਈਦੀ ਹੈ। ਹੁਣ ਇਹਦੇ ਵਿੱਚ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਵੱਲ ਇੱਦਾਂ ਲੋਕਾਂ ਦਾ ਝੁਕਾਅ ਹੈ ਜਾਂ ਨਹੀਂ ਹੈ, ਜੇ ਆਪਾਂ ਇਹਦਾ ਵਿਸ਼ਲੇਸ਼ਣ ਕਰੀਏ, ਪਹਿਲੀ ਗੱਲ ਕਿ ਬੀਜੇਪੀ ਵੱਲੋਂ ਇਹ ਕੋਈ ਨਵਾਂ ਹੱਥਕੰਡਾ ਨਹੀਂ ਹੈ। ਬੰਗਾਲ ਦੇ ਵਿੱਚ ਇਨ ਬਿਨ ਉਹਨਾਂ ਨੇ ਇਹ ਸਾਰਾ ਕੁਝ ਕਰਕੇ ਦੇਖਿਆ ਹੈ। ਬੰਗਾਲ ਦੇ ਵਿੱਚ ਵੀ ਉਹਨਾਂ ਕੋਲ ਇੰਨਾ ਕਾਡਰ ਨਹੀਂ ਸੀ। ਆਪਾਂ ਪਹਿਲੇ ਦਿਨ ਤੋਂ ਜਾਣਦੇ ਹਾਂ ਕਿ ਪਿਛਲੇ ਕਿੰਨੇ ਹੀ ਸਾਲਾਂ ਤੋਂ, 1990 ਤੋਂ ਲੈ ਕੇ ਲਗਭਗ ਪਿਛਲੇ, ਜੇ ਕਹੀਏ ਆਪਾਂ, ਜਾਂ 96-97 ਤੋਂ ਕਹਿ ਲਓ, ਪਿਛਲੇ 20-25 ਸਾਲਾਂ ਤੋਂ ਬੀਜੇਪੀ ਸਿਰਫ 23 ਸੀਟਾਂ ਤੇ ਤਿਆਰੀ ਕਰਦੀ ਹੈ, 23 ਸੀਟਾਂ ਦੀ ਤਿਆਰੀ ਕਰਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਕੋਲੇ ਹੋਰ ਕਿਤੇ ਵੋਟ ਨਹੀਂ। ਪਟਿਆਲੇ ਦੇ ਵਿੱਚ ਬੀਜੇਪੀ ਦਾ ਉਹ ਮੈਡਮ ਪਾਂਡੇ ਹੁੰਦੀ ਸੀ, ਬਿਸ਼ੰਬਰ ਹੁੰਦਾ ਸੀ, ਇੱਕ ਮਤਲਬ ਇਸ ਕਿਸਮ ਦੇ ਨੇਤਾ ਹੁੰਦੇ ਸੀ। ਸੋ ਉਸ ਕਿਸਮ ਨਾਲ ਉਹ ਸਾਰੇ ਸਿਸਟਮ ਦੇ ਵਿੱਚ ਜਿਹੜਾ ਕੁਝ ਚੱਲਦਾ ਸੀ, ਉਹਨਾਂ ਦਾ ਵੋਟਰ ਤਾਂ ਹੈਗਾ ਸੀ ਨਾ ਜੀ। ਤੇ ਉਹਨਾਂ ਨੇ ਉਸ ਵੋਟਰ ਨੂੰ ਕੰਸੋਲੀਡੇਟ ਕਰਨ ਲਈ ਇਸ ਵਾਰ ਇਹ ਸੋਚਿਆ ਕਿ ਕਿਉਂ ਨਾ ਆਪਾਂ ਇਸ ਕਿਸਮ ਦੀ ਇਲੈਕਸ਼ਨ ਲੜੀਏ।
ਉਹ ਇਲੈਕਸ਼ਨ ਦੇ ਵਿੱਚ ਸਪੋਰਟ ਮਿਲੀ ਅਮਰਿੰਦਰ ਸਿੰਘ ਦੀ। ਆਪਾਂ ਹੁਣ ਤੱਕ ਐਨਾਲਿਸਿਸ ਕਰ ਰਹੇ ਸੀ ਕਿ ਜਿੰਨੇ ਅਮਰਿੰਦਰ ਸਿੰਘ ਕਹਿ ਰਿਹਾ ਸੀ ਐਮਐਲਏ ਵੀ ਉਹਨੇ ਐਮਐਲਏ ਉਹਦੇ ਨਾਲ ਜਾ ਨਹੀਂ ਰਹੇ, ਪਰੰਤੂ ਹੁਣ ਲੱਗ ਰਿਹਾ ਹੈ ਕਿ ਜੇ ਇਹ ਘਟਨਾਵਾਂ ਸੱਚੀਆਂ ਹੋ ਜਾਂਦੀਆਂ ਨੇ ਜਿਹੜੀਆਂ ਖਬਰਾਂ ਕੱਲ੍ਹ ਦੀਆਂ ਆ ਰਹੀਆਂ ਨੇ, ਫਿਰ ਲੱਗਦਾ ਹੈ ਕਿ ਹੋ ਸਕਦਾ ਹੈ 15 ਤੋਂ 18 20 ਐਮਐਲਏ ਜਾਂ ਇੱਕ ਅੱਧਾ ਐਮਪੀ ਹੋ ਸਕਦਾ ਹੈ ਅਮਰਿੰਦਰ ਸਿੰਘ ਨਾਲ ਚਲੇ ਜਾਣ। ਤੇ ਉਹਦੇ ਵਿੱਚੋਂ ਹੋ ਸਕਦਾ ਹੈ ਅਮਰਿੰਦਰ ਸਿੰਘ ਦੇ ਜਿਹੜੇ ਐਮਐਲਏ, ਜਿਵੇਂ ਧੜਾ ਧੜ ਖਬਰ ਆ ਰਹੀ ਹੈ ਕਿ ਉਹ ਬੀਜੇਪੀ ਜੁਆਇਨ ਕਰਨਗੇ, ਤਾਂ ਫਿਰ ਇਹ ਵੀ ਸੰਭਾਵਨਾ ਹੈ ਕਿ ਜਿਹੜੀ ਲੋਕ ਕਾਂਗਰਸ ਹੈ ਅਮਰਿੰਦਰ ਸਿੰਘ ਵਾਲੀ, ਹੋ ਸਕਦਾ ਉਹਦਾ ਵਿਲੈ, ਉਹਦਾ ਰਲਗੱਡ ਹੋ ਜਾਏ, ਉਹਦੇ ਨਾਲ ਵਿਚਰਲੇਵਾ ਹੋ ਜਾਵੇ ਬੀਜੇਪੀ 'ਚ। ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬ ਦੇ ਕਰਜ਼ੇ 'ਚ ਕਿਸਾਨਾਂ ਨੂੰ ਰਾਹਤ ਦੇਣੀ, 26 ਨੂੰ ਪ੍ਰਾਈਮ ਮਿਨਿਸਟਰ ਕੋਈ ਇਹੋ ਜਿਹੀ ਅਨਾਊਂਸਮੈਂਟ ਕਰ ਸਕਦਾ? ਦੇਖੋ, ਪਹਿਲੀ ਗੱਲ ਤਾਂ ਹਾਲੇ ਪ੍ਰਾਈਮ ਮਿਨਿਸਟਰ ਦਾ ਪ੍ਰੋਗਰਾਮ ਆਇਆ 26 ਦਾ। ਦੂਜਾ ਇਹ ਹੈ, ਰਾਜਨੀਤਿਕ ਤੌਰ ਤੇ ਕੋਈ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੁੰਦਾ, ਸਪੈਸ਼ਲੀ ਵੋਟਾਂ ਦੇ ਦਿਨਾਂ 'ਚ ਜਿੱਥੋਂ ਉਹਨਾਂ ਨੂੰ ਲੱਗਦਾ ਹੈ ਕਿ ਵੋਟਾਂ ਮਿਲਣ। ਸਮਝ ਗਏ ਨਾ? ਹਾਂ, ਇਹਦੇ ਵਿੱਚ ਦੂਜਾ, ਆਪਾਂ ਜੇ ਦੂਜਾ ਪੱਖ ਲਈਏ ਕਿ ਇਹਦੇ ਵਿੱਚ ਬੀਜੇਪੀ ਨੂੰ ਨੁਕਸਾਨ ਕੀ ਹੈ। ਬੀਜੇਪੀ ਨੇ ਇੱਕੋ ਹੀ ਗੱਲ, ਪਹਿਲਾਂ 5 ਸਾਲ ਮੋਦੀ ਜੀ ਦੇ ਨਿਕਲ ਗਏ, ਉਸ ਤੋਂ ਪਹਿਲਾਂ ਵਾਜਪਾਈ ਜੀ ਦੀ ਸਰਕਾਰ ਰਹੀ, ਜਦੋਂ ਅਕਾਲੀ ਦਲ ਉਹਨਾਂ ਦੇ ਭਾਈਵਾਲ ਨਾਲ ਰਿਹਾ, ਇਹ ਸਮੇਂ 'ਚ ਨਾ ਤਾਂ ਅਕਾਲੀ ਦਲ ਨੇ ਚੰਡੀਗੜ੍ਹ ਮੰਗਿਆ ਤੇ ਨਾ ਉਹਨਾਂ ਨੇ ਦਿੱਤਾ, ਕਿਉਂਕਿ ਸਾਰੀਆਂ ਪਾਰਟੀਆਂ ਆਪੋ ਆਪਣਾ ਦਾ ਖੇਡਦੀਆਂ ਨੇ। ਜੇ ਇਹ ਚੰਡੀਗੜ੍ਹ ਉਦੋਂ ਦਿੱਤਾ ਹੁੰਦਾ ਤਾਂ ਇਹਦਾ ਕ੍ਰੈਡਿਟ ਕਿਹਨੂੰ ਜਾਣਾ ਸੀ? ਅਕਾਲੀ ਦਲ ਨੂੰ। ਜੇਕਰ ਅਕਾਲੀ ਦਲ ਨੂੰ ਕ੍ਰੈਡਿਟ ਜਾਂਦਾ ਤਾਂ ਅਕਾਲੀ ਦਲ ਨੇ ਸਿੱਖ ਵੋਟਾਂ ਤੇ ਹੋਰ ਪ੍ਰਭਾਵ ਪਾਉਣਾ ਸੀ, ਉਹਨਾਂ ਨੂੰ ਹੋਰ ਕੰਸੋਲੀਡੇਟ ਕਰਨਾ ਸੀ, ਤਕੜੇ ਕਰਨਾ ਸੀ। ਮੁੱਖ ਮੰਗ ਚੋਂ ਇੱਕ ਮੰਗ ਹੈ, ਇੱਕ ਮੁੱਖ ਮੰਗ ਚੋਂ ਇੱਕ ਮੰਗ ਸੀ, ਪਰੰਤੂ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਨੇ ਇਹ ਮੰਗ ਛੱਡਤੀ। ਛੱਡਤੀ ਤੋਂ ਭਾਵ ਚੁੱਪੀ ਧਾਰ ਗਿਆ ਇਸ ਮੰਗ ਤੇ, ਕੋਈ ਐਜੀਟੇਸ਼ਨ, ਕੋਈ ਮੁਜ਼ਾਹਰਾ, ਕੋਈ ਮੰਗ ਰੋਜ਼, ਕੋਈ ਬਿਆਨ ਨਹੀਂ ਦਿੱਤਾ ਲੰਮੇ ਸਮੇਂ ਤੋਂ। ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਹੀ ਕਹਿ ਲਓ, 84 ਤੋਂ ਬਾਅਦ ਕਦੇ ਕਿਸੇ ਨੇ ਇਹ ਮੰਗ ਨਹੀਂ ਕੀਤੀ ਅਕਾਲੀ ਦਲ ਨੇ ਕਿ ਚੰਡੀਗੜ੍ਹ ਸਾਨੂੰ ਦਿਓ। ਹਾਂ, ਹੁਣ ਕੀ ਹੈ ਕਿ ਜੇਕਰ ਬੀਜੇਪੀ ਚੰਡੀਗੜ੍ਹ ਪੰਜਾਬ ਨੂੰ ਦੇ ਦਿੰਦੀ ਹੈ ਤਾਂ ਬੀਜੇਪੀ ਜ਼ਰੂਰ ਸੋਚੇਗੀ ਕਿ ਇਹਦਾ ਸਾਨੂੰ ਕੋਈ ਫਾਇਦਾ ਹੁੰਦਾ ਹੈ ਕਿ ਨਹੀਂ ਹੁੰਦਾ। ਜੇਕਰ ਇਹਦਾ ਕੋਈ ਫਾਇਦਾ ਬੀਜੇਪੀ ਨੂੰ ਹੁੰਦਾ ਹੈ ਅੱਜ ਦੀ ਘੜੀ 'ਚ, ਤਾਂ ਇਹਦੇ ਵਿੱਚ ਮਾੜੀ ਗੱਲ ਕੀ ਹੈ? ਬੀਜੇਪੀ ਵੀ ਵਰਤ ਲਏਗੀ ਇਹ ਮੁੱਦਾ। ਸਾਰੇ, ਜੇ ਸਾਰੀਆਂ ਰਾਜਨੀਤਿਕ ਪਾਰਟੀਆਂ ਇਹੋ ਜਿਹੇ ਮੁੱਦੇ ਵਰਤਦੀਆਂ ਨੇ ਦੇਣ ਜਾਂ ਨਾ ਦੇਣ ਦੇ ਚੱਕਰ 'ਚ, ਤਾਂ ਇਹ ਵੀ ਵਰਤ ਲੈਣਗੇ। ਦੂਸਰਾ, ਜਿਹੜੇ ਇੱਕ ਪਾਰਟੀ ਦਾ ਕਾਡਰ ਸੀ ਜਿਨ੍ਹਾਂ ਦੇ ਵਿੱਚ ਬੀਜੇਪੀ ਜਾਂ ਕਾਂਗਰਸ, ਇਹ ਇੱਕ ਵਿਸ਼ੇਸ਼ ਸੈਕਸ਼ਨ ਹੈ ਜਿਹੜਾ ਸਾਡੇ ਇੱਕ ਧਰਮ ਦਾ, ਉਹਨਾਂ ਤੇ ਇਹ ਪ੍ਰਭਾਵ ਪਾਉਂਦੇ ਸੀ ਕਿ ਇਹ ਇਕੱਲੀ ਸਿੱਖਾਂ ਦੀ ਮੰਗ ਹੈ, ਉਹਨਾਂ ਦੀ ਮੰਗ ਨਹੀਂ, ਤੇ ਉਹਨਾਂ ਨੂੰ ਵਿਰੁੱਧ 'ਚ ਖੜੇ ਕਰ ਦਿੰਦੇ ਸੀ, ਜਾਂ ਚੰਡੀਗੜ੍ਹ ਦੇ ਲੋਕਾਂ ਤੋਂ ਕਹਿ ਦਿੰਦੇ ਸੀ ਕਿ ਚੰਡੀਗੜ੍ਹ ਨਹੀਂ ਪੰਜਾਬ 'ਚ ਜਾਣਾ ਚਾਹੀਦਾ, ਯੂਟੀ ਰਹਿਣਾ ਚਾਹੀਦਾ। ਮੈਂ ਕਿਹਾ ਵੀ ਜੇ ਚੰਡੀਗੜ੍ਹ ਪੰਜਾਬ ਨੂੰ ਦੇ ਦੇਣ ਜੀ, ਉਹਦਾ ਵੱਧ ਤੋਂ ਵੱਧ ਬੁਰਾ ਪ੍ਰਭਾਵ ਕੀ ਹੋ ਸਕਦਾ ਹੈ ਕਿ ਇੱਕ ਚੰਡੀਗੜ੍ਹ ਦੀ ਸੀਟ ਹਾਰ ਜਾਣਗੇ। ਪੰਜਾਬ 'ਚ ਤਾਂ ਉਹਦੇ 'ਚ ਪੋਜ਼ਿਟਿਵ ਪ੍ਰਭਾਵ ਹੀ ਆਊਗਾ, ਉਹਦਾ ਬੁਰਾ ਪ੍ਰਭਾਵ ਹਰਿਆਣੇ 'ਚ ਪੈ ਸਕਦਾ ਹੈ। ਉਹ ਕਦੋਂ ਪੈਣਾ ਹੈ? ਆਉਣ ਵਾਲੇ ਸਮੇਂ 'ਚ 24 'ਚ ਦੇਖੀ ਜਾਏਗੀ ਉਦੋਂ ਕੀ ਹੈ। ਉਦੋਂ ਪਤਾ ਨਹੀਂ ਹਰਿਆਣੇ ਨੂੰ ਕੀ ਹੋਰ ਨਵਾਂ ਕੁਝ ਦੇ ਦੇਣਗੇ ਜਾਂ ਕੀ ਬਣਦਾ। ਮਤਲਬ ਦੇਖੋ, ਮੈਂ ਤੁਹਾਨੂੰ ਵਾਰ-ਵਾਰ ਇਹ ਕਹਿਣਾ ਕਿ ਹੁਣ ਜਿਹੜੀਆਂ ਸਰਕਾਰਾਂ ਨੇ ਉਹਨਾਂ ਕੋਲੇ ਲੜਾਈ ਲੜਨ ਲਈ ਕੋਈ ਮੁੱਦਾ ਨਹੀਂ, ਉਹ ਨਵਾਂ ਮੁੱਦਾ ਖੜਾ ਕਰਕੇ ਉਸ ਤੇ ਲੜਾਈ ਲੜ ਸਕਦੇ ਨੇ। ਚੰਡੀਗੜ੍ਹ ਦੇ ਦੇਣ ਜਾਂ ਅਨਾਊਂਸ ਕਰ ਦੇਣ। ਪਹਿਲਾਂ ਵੀ ਇੱਕ ਵਾਰੀ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ, ਸਮਝੌਤਾ ਹੋ ਕੇ ਸਾਰਾ ਕੁਝ ਜਿੱਦਾਂ ਡਿਲੀਵਰੀ ਹੋਣੀ ਸੀ ਚੰਡੀਗੜ੍ਹ ਦੀ ਨਹੀਂ ਹੋਈ ਉਸ ਡੇਟ ਨੂੰ। ਹੁਣ ਵੀ ਇਹ ਹੋ ਸਕਦਾ ਹੈ ਕਿ ਚੰਡੀਗੜ੍ਹ ਦੀ ਅਨਾਊਂਸਮੈਂਟ ਹੋ ਜੇ। ਹੁਣ ਸਰਕਾਰਾਂ ਬੜੀਆਂ ਸੋਹਣੀਆਂ ਨੇ, ਉਹ ਇਹ ਕਹਿੰਦੇ ਨੇ ਕਿ ਜੇ ਸਾਨੂੰ ਮੈਜੋਰਿਟੀ ਦਿਓਗੇ ਤਾਂ ਅਸੀਂ ਇਹ ਕਰਾਂਗੇ। ਮੰਨ ਲਓ ਪੰਜਾਬ 'ਚ ਬੀਜੇਪੀ ਨਹੀਂ ਜਿੱਤਦੀ, ਫਿਰ ਉਹ ਕਹਿਣਗੇ ਵੀ ਮਤਲਬ ਅਸੀਂ ਤਾਂ ਹੀ ਦੇਣਾ ਸੀ ਨਾ, ਜੇ ਤੁਸੀਂ ਸਾਨੂੰ ਜਿਤਾਉਂਦੇ ਅਸੀਂ ਪੰਜਾਬ ਸਰਕਾਰ ਇੱਥੇ ਰੈਜੂਲੇਸ਼ਨ ਪਾਉਂਦੀ। ਹੁਣ ਕਾਂਗਰਸ ਸਰਕਾਰ ਨੇ ਰੈਜੂਲੇਸ਼ਨ ਪਾਉਣਾ, ਪਾਵੇ ਤੇ ਨਹੀਂ ਪਾਉਣਾ ਨਾ ਪਾਵੇ, ਠੀਕ ਹੈ ਕਿ ਨਹੀਂ? ਇਸ ਕਰਕੇ ਉਹ ਪਤਾ ਨਹੀਂ ਗੱਲ ਕਿੱਧਰ ਨੂੰ ਜਾਊਗੀ। ਇਹ ਬੜਾ ਆਰਟ ਹੁੰਦਾ ਉਹਨਾਂ ਕੋਲੇ। ਜਿੱਥੋਂ ਤੱਕ ਜਿਹੜੀ ਗੱਲ ਆਪਾਂ ਕਹਿ ਰਹੇ ਹਾਂ ਕਿ ਕਾਂਗਰਸ ਦੇ ਇੰਨੇ ਮੰਤਰੀ ਜਾਂ ਬੀਜੇਪੀ ਦੇ ਜਾਂ ਅਕਾਲੀ ਦਲ ਦੇ ਮੰਤਰੀ ਜਾਂ ਲੀਡਰ ਕੀ ਬੀਜੇਪੀ 'ਚ ਉਸ ਕਿਸਮ ਨਾਲ ਜਾ ਸਕਦੇ ਨੇ ਜਿੱਦਾਂ ਦੀ ਖਬਰਾਂ ਆ ਰਹੀਆਂ ਨੇ, ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਵੀ ਜਿਹੜੇ ਵੀ ਸਿਆਸੀ ਲੋਕ ਨੇ, ਸਪੈਸ਼ਲੀ ਪਿਛਲੇ ਸਮੇਂ ਦੇ ਵਿੱਚ 2 ਦਹਾਕਿਆਂ 'ਚ, ਇਹਨਾਂ ਦਾ ਕਿਰਦਾਰ ਹੈ ਜਿਹੜਾ ਉਹ ਕਿਸੇ ਆਈਡੀਓਲੋਜੀ ਨਾਲ ਨਹੀਂ ਜੁੜਿਆ। ਮੈਂ ਪੁਰਾਣੇ ਜ਼ਮਾਨੇ ਦੇ ਕੁਝ ਲੋਕਾਂ ਨੂੰ ਜਾਣਦਾ ਜਿਨ੍ਹਾਂ 'ਚੋਂ ਟੌੜਾ ਸਾਹਿਬ ਸੀ।
ਟੌੜਾ ਸਾਹਿਬ ਦੀ ਭਾਵੇਂ ਬਾਦਲ ਨਾਲ ਜਿੱਡਾ ਮਰਜ਼ੀ ਵਿਰੋਧ ਹੋਇਆ, ਪਰ ਉਹਨਾਂ ਨੇ ਕਾਂਗਰਸ ਨਹੀਂ ਜੁਆਇਨ ਕੀਤੀ। ਮਤਲਬ ਇੱਕ ਵਾਰੀ ਉਹ ਅਰਸ਼ ਤੋਂ ਫਰਸ਼ ਤੇ ਆ ਗਏ, ਫਿਰ ਦੁਬਾਰੇ ਸਮਝੌਤਾ ਹੋਇਆ, ਚਲੋ ਦੁਬਾਰੇ ਉਹਨਾਂ ਨੇ ਆਪਣਾ ਮਾਣ ਸਤਿਕਾਰ ਬਹਾਲ ਕਰਾ ਲਿਆ, ਪਰੰਤੂ ਉਹਨਾਂ ਨੇ ਕਾਂਗਰਸ ਨਹੀਂ ਜੁਆਇਨ ਕੀਤੀ। ਜਿਹੜੇ ਹੁਣ ਦੇ ਲੀਡਰ ਨੇ ਇਹ ਆਪਣਾ ਸਿਆਸੀ ਭਵਿੱਖ ਦੇਖਦੇ ਨੇ, ਕਿਸੇ ਵੀ ਪਾਰਟੀ 'ਚ ਇੱਕ ਛੱਡ ਕੇ ਦੂਜੀ 'ਚ ਜਦੋਂ ਇਹਨਾਂ ਨੂੰ ਆਪਣਾ ਸਿਆਸੀ ਭਵਿੱਖ ਨਜ਼ਰ ਆਉਂਦਾ ਹੈ, ਕੋਈ ਆਈਡੀਆਲੋਜੀ ਨਹੀਂ, ਇਹ 1 ਮਿੰਟ ਲਾਉਂਦੇ ਨੇ ਅਦਲਾ ਬਦਲੀ ਕਰਨ ਨੂੰ। ਸੋ ਘੱਟੋ ਘੱਟ ਹੁਣ ਅੱਜ ਜੇ ਅਸੀਂ ਦੇਖੀਏ, ਇਹ ਸਾਨੂੰ ਸਾਫ਼ ਦਿਖਾਈ ਦੇ ਰਿਹਾ ਹੈ ਕਿ 24 'ਚ ਇੰਨਾ ਸੌਖਾ ਨਹੀਂ ਹੈ ਕਿ ਅਸੀਂ ਕਹਿ ਦਈਏ ਕਿ ਬੀਜੇਪੀ ਦੀ ਥਾਂ ਕੋਈ ਇੱਕਦਮ ਹੋਰ ਸਰਕਾਰ ਦਾ ਪਲਟਾ ਆ ਜਾਏਗਾ ਜਾਂ ਸੱਤਾ ਉਹਨਾਂ ਦੇ ਹੱਥ ਆ ਜਾਏਗੀ। ਤਾਂ ਸਭ ਖੇਤੀਬਾੜੀ ਵਾਲਾ ਇਸ਼ੂ ਵੀ ਟੱਚ ਕਰਿਓ। ਮੈਂ ਤੁਹਾਨੂੰ ਦੱਸਦਾ ਵੀ ਆ ਸਕਦੀ ਹੈ, ਉਹ ਆ ਸਕਦੀ ਹੈ, ਪਰ ਐ ਸਾਫ਼ ਨਹੀਂ ਦਿਖਾਈ ਦੇ ਰਹੀ। ਇਸ ਕਰਕੇ ਜਿਹੜੇ ਇਹ ਪਾਰਟੀਆਂ ਦੇ MLA ਨੇ ਜਾਂ MP ਨੇ, ਇਹ ਸਭ ਦੋ ਗੱਲਾਂ ਤੋਂ ਡਰਦੇ ਨੇ। ਇੱਕ ਤਾਂ ਇਹਦੇ ਵਿੱਚ ਪੈਸਾ ਇੰਨਾ ਆ ਗਿਆ, ਸਾਰੇ ED ਤੋਂ ਡਰਦੇ ਨੇ, ਸਾਰੇ ਵਿਜੀਲੈਂਸ ਤੋਂ ਡਰਦੇ ਨੇ, ਸਭ ਨੇ ਆਪੋ ਆਪਦੇ ਤਰੀਕੇ ਨਾਲ। ਅਮਰਿੰਦਰ ਸਿੰਘ ਦਾ ਇੱਕ ਚਰਚਾ ਆਮ ਚੱਲ ਰਿਹਾ ਹੈ ਕਿ ਉਹ ਅਮਿਤ ਸ਼ਾਹ ਨੂੰ ਮਿਲ ਕੇ ਸਾਰੇ ਮੰਤਰੀ ਦੀਆਂ ਦਾਗੀਆਂ ਦੀਆਂ ਫਾਈਲਾਂ ਫੜਾ ਆਏ ਨੇ, ਤੇ ਉਹ ਬਾਂਹ ਮਰੋੜੀ ਜਾ ਰਹੀ ਹੈ। ਇਹ 'ਚ ਸੱਚ ਕਿੰਨਾ ਝੂਠ ਕਿੰਨਾ ਮੈਂ ਨਹੀਂ ਕਹਿ ਸਕਦਾ, ਹਾਲੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਦਬਾਅ ਜਿਹੜਾ ਉਹ ਦਿਖਾਈ ਦੇ ਰਿਹਾ ਹੈ, ਇੱਕ ਕਾਰਨ। ਦੂਜਾ, ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਪੰਜਾਬ 'ਚ ਵੀ ਇੱਦਾਂ ਦੀ ਮਿਲਗੋਭਾ ਸਰਕਾਰ ਬਣ ਜੇ, ਹੋ ਸਕਦਾ ਹੈ ਸੈਂਟਰ 'ਚ ਉਹਨਾਂ ਨੂੰ ਕੋਈ ਓਪਰਚੁਨਿਟੀ ਮਿਲ ਜੇ, ਕਿਉਂਕਿ ਹਾਲੇ ਲੱਗ ਰਿਹਾ ਹੈ ਕਿ ਸੈਂਟਰ 'ਚ ਬੀਜੇਪੀ 24 'ਚ ਵੀ ਬਹੁਤ ਅੱਛੀ ਟੱਕਰ 'ਚ ਹੈ। ਹਾਲੇ ਇਹ ਨਹੀਂ ਲੱਗ ਰਿਹਾ ਕਿ ਬੀਜੇਪੀ ਦੀ ਸਰਕਾਰ ਗਈ ਜਿਵੇਂ ਆਪਾਂ ਪੰਜਾਬ ਸੋਚ ਰਹੇ ਹਾਂ। ਸੋ ਇਸ ਚੱਕਰ 'ਚ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ, ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਸਾਰੇ ਲੋਕ ਆਪਣਾ ਸਿਆਸੀ ਭਵਿੱਖ ਤਰਾਸ਼ ਰਹੇ ਨੇ, ਔਰ ਜੇ ਆਉਣ ਵਾਲੇ ਦਿਨਾਂ 'ਚ ਕਿਸੇ ਵੀ ਪਾਰਟੀ ਦੀ ਫੂਕ ਨਿਕਲ ਗਈ, ਉਹ ਕਿਸੇ ਵੀ ਤੋਂ, ਮੇਰਾ ਤਿੰਨਾਂ ਇਹਨਾਂ 'ਚੋਂ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਤਾਂ ਆਮ ਆਦਮੀ ਦੇ ਪਾਰਟੀ ਵੀ, ਉਹਦੇ ਲੀਡਰ ਵੀ ਬੀਜੇਪੀ 'ਚ ਜਾਣ ਤੋਂ ਬਿਲਕੁਲ ਨਹੀਂ ਹਿਚਕਚਾਉਣਗੇ, ਚਾਹੇ ਉਹ ਅਕਾਲੀ ਦਲ ਦੀ ਫੂਕ ਨਿਕਲ ਜੇ, ਉਹਨਾਂ ਦੀਆਂ ਵੀ ਖਬਰਾਂ ਆ ਰਹੀਆਂ ਨੇ। ਜੇਕਰ ਉਹਨਾਂ ਦੇ ਲੀਡਰਾਂ ਨੂੰ ਲੱਗਿਆ ਕਿ ਉਧਰ ਆਪਾਂ ਜਿੱਤ ਜਾਂਗੇ, ਉਹ ਵੀ ਚਿਰ ਨਹੀਂ ਲਾਉਣਗੇ। ਇਹ ਸਾਫ਼ ਹੈ ਕਿ ਬੀਜੇਪੀ ਕੋਲ ਸਕੋਪ ਬਹੁਤ ਹੈ ਹਜੇ, ਕਿਉਂਕਿ ਉਹਨਾਂ ਦੇ ਪੱਕੇ MLA ਜਿਹੜੀਆਂ 23 ਸੀਟਾਂ ਦੇ ਕੰਟੈਸਟੈਂਟ ਨੇ ਉਹੀ ਨੇ। ਉਹ ਆਪਾਂ ਕਰ ਲਈਏ 23 ਦੇ ਵਿੱਚ ਹੋਰ 8-10 ਜਮ੍ਹਾਂ ਕਰ ਲਓ ਕਿ ਉਹਨਾਂ ਕੋਲੇ 30-35 ਕੈਂਡੀਡੇਟ ਨੇ ਜਿਹੜੇ ਲੜਾਈ ਕਰਨਗੇ ਵੀ ਮੈਨੂੰ ਟਿਕਟ ਦਿਓ, ਮੈਨੂੰ ਟਿਕਟ ਦਿਓ। ਬਾਕੀ ਟਿਕਟ ਪਿੱਛੇ ਲੜਾਈ ਕਰਨ ਵਾਲੇ ਲੋਕ ਨਹੀਂ ਹੈਗੇ, ਬਾਕੀ ਤਾਂ ਉਹ ਲੱਭਣ ਲੱਗੇ ਹੋਏ ਨੇ ਵੀ ਕੌਣ ਲੱਭੀ ਐ ਅਸੀਂ ਜਿਹੜੇ ਜਿੱਤਣ ਦੇ ਨੇੜੇ ਤੇੜੇ ਹੋਣ। ਸੋ ਇਹ ਪੋਜੀਸ਼ਨ ਮੈਨੂੰ ਇਸ ਪੱਖ ਚੋਂ ਲੱਗਦੀ ਹੈ। ਖੇਤੀਬਾੜੀ ਦੇ ਤੁਹਾਡਾ ਕੀ ਸਵਾਲ ਹੈ, ਦੱਸੋ। ਵੀ ਕਰਜ਼ੇ 'ਚ ਰਾਹਤ ਬੀਜੇਪੀ ਦੇ ਸਕਦੀ। ਇੱਕ ਤਾਂ ਹੁੰਦਾ ਕਿ ਅਨਾਊਂਸਮੈਂਟ ਕਰਨੀ ਕਿ ਲੋਕੋ ਤੁਸੀਂ ਸਾਨੂੰ ਵੋਟ ਪਾਓ, ਜੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਦੀ, ਅਸੀਂ ਸੱਤਾ ਦੇ ਵਿੱਚ ਆਉਂਦੇ ਹਾਂ ਤਾਂ ਅਸੀਂ ਕਰਜ਼ੇ ਤੇ ਲੀਕ ਮਾਰ ਦਾਂਗੇ। ਇਹ ਕਹਾ ਕਿ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉਹਨਾਂ ਦੇ ਹੱਥ ਵਾਸ ਸਭ ਕੁਝ ਹੈ ਕਿ ਇਲੈਕਸ਼ਨ ਤੋਂ ਪਹਿਲਾਂ 2022 ਦੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਸੰਬੰਧੀ ਕੋਈ ਰਾਹਤ ਬੀਜੇਪੀ ਦੇ ਸਕਦੀ ਹੈ। ਦੇਖੋ, ਇਹ ਇਸ਼ੂ ਬਹੁਤ ਲੱਗਦਾ ਲੋਕਾਂ ਨੂੰ, ਕਿਉਂਕਿ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਵੀ ਜਿਵੇਂ ਬੀਜੇਪੀ ਚੰਡੀਗੜ੍ਹ ਦੇ ਦੂਗੀ ਜੀ ਤੇ ਕਰਜ਼ੇ ਦੀ ਰਾਹਤ ਵੀ ਦੇ ਸਕਦੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਗਿਆ ਕਿ ਕੋਈ ਸਿਆਸੀ ਪਾਰਟੀ ਕੋਈ ਵੀ ਅਨਾਊਂਸਮੈਂਟ ਵੀ ਕਰ ਸਕਦੀ ਹੈ ਤੇ ਕੋਈ ਵੀ ਦਾਅਪੇਚ ਖੇਡ ਸਕਦੀ ਹੈ, ਕੋਈ ਵੱਡਾ ਪੈਕੇਜ ਦੇ ਸਕਦੀ ਹੈ। ਪਰੰਤੂ ਮੇਰੀ ਸਮਝ ਇਹ ਕਹਿੰਦੀ ਹੈ ਕਿ ਜੇਕਰ ਬੀਜੇਪੀ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਵਿੱਚ ਅਨਾਊਂਸਮੈਂਟ ਕਰਨਾ ਵੱਖਰੀ ਗੱਲ ਹੈ, ਜੇ ਕੋਈ ਵੱਡੀ ਰਾਹਤ ਦੇ ਦਿੰਦੀ ਹੈ ਤਾਂ ਬਾਕੀ ਦੀਆਂ ਜਿਹੜੀਆਂ ਸਟੇਟਾਂ ਨੇ UP ਤੇ ਉੱਤਰਾਖੰਡ 'ਚ ਜੇਕਰ ਉੱਦਾਂ ਦਾ ਪੈਕੇਜ ਬੀਜੇਪੀ ਨਹੀਂ ਦਿੰਦੀ ਤਾਂ ਲੈਣੇ ਦੇ ਦੇਣੇ ਪੈ ਸਕਦੇ ਨੇ। ਮੇਰੇ ਮੁਤਾਬਕ ਜੇ ਤਾਂ ਉਹ ਸਾਰੀਆਂ ਸਟੇਟਾਂ ਨੂੰ, ਸਾਰੇ ਕਿਸਾਨਾਂ ਨੂੰ ਕੁਝ ਦੇਣ ਦੇ ਯੋਗ ਹੋ ਸਕਦੇ ਹੋਏ ਫਿਰ ਤਾਂ ਉਹ ਦੇ ਦੇਣਗੇ, ਅਦਰਵਾਈਜ਼ ਸਿਰਫ ਤੇ ਸਿਰਫ ਇਹ ਅਨਾਊਂਸਮੈਂਟ ਰਹਿ ਜਾਏਗੀ। ਕੋਈ ਵਿਆਜ ਦੇ ਵਿੱਚ ਘਾਟਾ ਵਾਧਾ, ਹਾਂ, ਕੋਈ ਇਹ ਤਾਂ ਹੋ ਸਕਦਾ, ਕੁਝ ਥੋੜਾ ਬਹੁਤ ਹੋ ਸਕਦਾ ਹੈ। ਪਰੰਤੂ ਜਿਹੜੀ ਇੱਕ ਤਾਂ ਕਿਉਂਕਿ ਪੂਰੀ UP ਦੇ ਵਿੱਚ MSP ਨਹੀਂ ਹੈ, ਇੱਕ ਤਾਂ ਜਾਗਰਤੀ ਕਰਕੇ ਉਹ ਕਿਸਾਨ ਪਹਿਲਾਂ ਹੀ UP ਦੇ ਕਿਸਾਨ, ਉੱਤਰਾਖੰਡ ਦੇ ਕਿਸਾਨ ਉਹ ਦੁਖੀ ਨੇ ਇਸ ਗੱਲ ਤੋਂ ਕਿ ਕੁਝ ਸਟੇਟਾਂ ਦੇ ਵਿੱਚ MSP ਦਿੱਤੀ ਹੈ, ਸਾਡੇ ਕਿਉਂ ਨਹੀਂ। ਜੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਕੁਝ ਹੋਰ ਦੇ ਦੇਣਗੇ ਹੈ, ਉਹਦਾ ਕਾਰਨ ਇਹ ਹੈ ਫਿਰ ਬੀਜੇਪੀ ਨੂੰ
ਉਹਦਾ ਜਵਾਬ ਦੂਜੀਆਂ ਸਟੇਟਾਂ ਦੇ ਵਿੱਚ ਦੇਣਾ ਮੁਸ਼ਕਲ ਹੋ ਜਾਏਗਾ। ਮੇਰੀ ਸਮਝ ਇਹ ਕਹਿੰਦੀ ਹੈ ਕਿ ਐਦਾਂ ਦੀ ਰਾਹਤ ਨਹੀਂ ਦੇ ਸਕਦੇ। ਹਾਂ, ਚੰਡੀਗੜ੍ਹ ਬਾਰੇ ਕੁਝ ਹੋ ਸਕਦਾ ਹੈ, ਕੋਈ ਕਮੇਟੀ ਬਣਾ ਦੇਣ, ਅਨਾਉਂਸ ਵੀ ਕਰ ਦੇਣ ਵੀ ਹਾਂ ਅਸੀਂ ਦੇ ਦਿਆਂਗੇ ਚੰਡੀਗੜ੍ਹ ਪੰਜਾਬ ਨੂੰ, ਇਹ ਪੋਸੀਬਿਲਿਟੀ ਹੋ ਸਕਦੀ ਹੈ। ਔਰ ਕਿਉਂਕਿ ਅਲਟੀਮੇਟਲੀ ਇਹ ਸਾਰੇ ਫੈਸਲੇ ਤਾਂ ਜਾ ਕੇ ਕਿਤੇ ਲੋਕ ਸਭਾ 'ਚ ਹੋਣੇ ਹੁੰਦੇ ਨੇ, ਪਾਰਲੀਮੈਂਟ 'ਚ ਹੋਣੇ ਹੁੰਦੇ ਨੇ, ਉਦੋਂ ਪਾਰਲੀਮੈਂਟ 'ਚ ਕੀ ਹੋਣਾ ਦੇਖੀ ਜਾਏਗੀ। ਇਹ ਗੱਲ ਹੋ ਸਕਦੀ ਹੈ, ਮੇਰੀ ਸੰਭਾਵਨਾ ਹੈ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਨੇ ਬੜਾ ਸਪਸ਼ਟ ਕੀਤਾ ਬੀਜੇਪੀ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੋਰ ਗਤੀਵਿਧੀਆਂ ਨੇ ਪੋਲੀਟੀਕਲ, ਉਹ ਕੀ ਹੋ ਸਕਦੀਆਂ ਨੇ। ਆਮ ਗੱਲ ਹੁੰਦੀ ਹੈ ਕਿ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਪਾਰਟੀ ਦੇ ਵਿੱਚ ਮਿਨਿਸਟਰ ਹੁੰਦੇ ਨੇ, MLAs ਹੁੰਦੇ ਨੇ, MP ਹੁੰਦੇ ਨੇ, ਪਰ ਬੀਜੇਪੀ ਦਾ ਖਾਸ ਜ਼ੋਰ ਲੱਗਿਆ ਹੋਇਆ, ਜਿਵੇਂ ਮੈਂ ਓਪਨਿੰਗ 'ਚ ਜ਼ਿਕਰ ਕੀਤਾ ਸੀ ਕਿ ਫੋਕਸ ਪੰਜਾਬ ਦੇ ਉੱਤੇ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਵਾ ਤੇਜ਼ ਵੀ ਹੋ ਸਕਦੀ ਹੈ। ਹੋਰ ਕਿਹੜੇ ਪਾਰਟੀਆਂ ਦੇ ਕਿਹੜੇ ਲੀਡਰ ਬੀਜੇਪੀ ਵਿੱਚ ਸ਼ਾਮਲ ਹੋ ਸਕਦੇ ਹੈ, ਇਹ ਜੋ ਸਾਡੇ ਕੋਲ ਜਾਣਕਾਰੀ ਹੋਊਗੀ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।